ਗੁਰਬਾਣੀ ਗੁਰਮਤ ਨਾਲ ਜੁੜਨ ਵਾਲੇ ਗੁਰਸਿੱਖ ਵੀਰੋ ਭੈਣੋ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਅੰਦਰ ਇੱਕ ਸਾਂਝਾ ਸੰਘਰਸ਼ ਹੈ। ਦੁਨੀਆ ਦਾ ਹਰ ਜੀਵ ਖਾਸ ਕਰਕੇ ਮਨੁੱਖ ਸੁੱਖ ਦੀ ਢੂੰਡ ਵਿੱਚ ਦਿਨ ਰਾਤ ਸੰਘਰਸ਼ ਕਰ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਮਨੁੱਖ ਨੇ, ਬਲਕਿ ਹਰ ਜੀਵ ਨੇ ਆਪਣੇ ਸੁੱਖਾਂ ਨੂੰ ਵੱਖਰੇ ਢੰਗ ਨਾਲ ਰੂਪਮਾਨ ਕੀਤਾ ਹੈ। ਕਿਸੇ ਨੂੰ ਕਿਸੇ ਚੀਜ਼ ਵਿੱਚੋਂ ਸੁੱਖ ਹੈ, ਕਿਸੇ ਨੂੰ ਕਿਸੇ ਵਿੱਚੋਂ, ਬਲਕਿ ਕਈ ਵਾਰ ਤਾਂ ਐਸਾ ਵੀ ਦੇਖਣ ਵਿੱਚ ਆਉਂਦਾ ਹੈ ਕਿ ਇੱਕੋ ਹੀ ਰੂਪ ਵਿੱਚ ਇੱਕ ਵਿਅਕਤੀ ਨੂੰ ਸੁੱਖ ਦਿਸਦਾ ਹੈ, ਉਸੇ ਹੀ ਰੂਪ ਵਿੱਚ ਦੂਜੇ ਵਿਅਕਤੀ ਨੂੰ ਉਹ ਸੁੱਖ ਦੁੱਖ ਬਣ ਕੇ ਸਾਹਮਣੇ ਆ ਰਿਹਾ ਹੈ। ਇਸ ਲਈ ਸਾਨੂੰ ਇੱਕ ਗੱਲ ਸਤਿਗੁਰੂ ਨੇ ਬਾਣੀ ਵਿੱਚ ਅਗਵਾਈ ਕਰਦਿਆਂ ਸਮਝਾਈ ਹੈ ਕਿ ਤੈਨੂੰ ਸੁੱਖ ਦੀ ਪ੍ਰਾਪਤੀ ਜਿਸ ਦੀ ਤੈਨੂੰ ਲੋੜ ਹੈ, ਉਹ ਦੁੱਖ ਰੂਪ ਵਿੱਚ ਕਿਉਂ ਹੋ ਰਿਹਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇੱਕ ਗੱਲ ਆਖੀ ਤੇ ਸੰਖੇਪ ਵਿੱਚ ਸਮਝਾਇਆ कि सुख के हेत बहुत दुख पावत, ढूंढना सुख है, बल्कि सतगुरु ने बाणी अंदर एक होर थां ते आकाश से उडारियां लगाने वाले पंखी नूं संबोधन हुंदियां एक गल आखी, कहन लगे, पंखी बिरख सुहावड़े, बड़े सोहने दरखत ते, हरे भरे दरखत ते, छां भरपूर फलां नाल फुल्लां नाल लदे हुए दरखत ते तू बैठा है। हे पंखी, सुहावड़े दरखत ते बैठा है, फिर तू उड उड दह दिस जाए, सुहावड़े बिरख ते बैठिया तैनू टिकाओ नहीं ते चौ दिशां विच उड रहा है, उडे चौ दिस जाए। हुण मसला आया, कहन लगा कि जी मैं उडा ना ते चोगा किवें चुगा। कहन लगे तैनू ये पता है चोगा ही तेरी फाही तेरे जाल दा कारण है। जदों तू उड़ के चोगा चुगन जाना है, जिथे जाना है एक थां नहीं हुंदी, एक ठिकाना नहीं हुंदा, इसलिए तेरी पछाण घुस जाती है, तैनू पता ही नहीं लगता कि जिस ढेरी तो मैं दाने चुग रहा किते ये ढेरी किसी फाहीवाल ने तो नहीं बनाई।
ਉਥੋਂ ਧੋਖਾ ਖਾ ਕੇ ਤੂੰ ਆਪਣੇ ਜੀਵਨ ਦਾ ਸੁਖ ਜਿਹੜਾ ਹੈ ਉਹ ਦੁੱਖ ਵਿੱਚ ਬਦਲ ਲੈਣਾ ਹੈ। ਜੇਤਾ ਉੱਡੇ ਦੁੱਖ ਕਣੈ ਨਿਤ ਦਾਜੈ ਤੇ ਬਿੱਲਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਆਖਿਆ, ਕਹਿਣ ਲੱਗੇ ਸੁਖ ਕੇ ਹੇਤ, ਮਨੁੱਖ ਦੀ ਕੋਸ਼ਿਸ਼ ਤਾਂ ਸੁਖ ਹੀ ਹੈ। ਕੋਈ ਸਿਆਸਤ ਵਿੱਚੋਂ, ਰਾਜ ਭਾਗ ਵਿੱਚੋਂ ਸੁਖ ਢੂੰਡ ਰਿਹਾ ਹੈ, ਕੋਈ ਦੌਲਤ ਬਹੁਤੇ ਖਜ਼ਾਨਿਆਂ ਵਿੱਚੋਂ ਸੁਖ ਢੂੰਡ ਰਿਹਾ ਹੈ, ਕੋਈ ਸਲਾਮ ਕਰਨ ਵਾਲੇ, ਬਹੁਤਾ ਮਾਨ ਸਨਮਾਨ ਦੇਣ ਵਾਲੇ ਲੋਕਾਂ ਦੇ ਚੌਗਿਰਦੇ ਵਿੱਚੋਂ ਸੁਖ ਢੂੰਡ ਰਿਹਾ ਹੈ। ਲੇਕਿਨ ਮਕਸਦ ਸੁਖ ਹੈ। ਮਨੁੱਖ ਇਸੇ ਲਈ ਹਰ ਤਰ੍ਹਾਂ ਦੇ ਮਨੁੱਖ ਨਾਲ ਆਪਣੇ ਆਪ ਨੂੰ ਜੋੜੀ ਬੈਠਾ ਹੈ। ਸੁਖ ਕੇ ਹੇਤ ਬਹੁਤ ਦੁੱਖ ਪਾਵਤ। ਕਿਉਂ? ਕਿਉਂਕਿ ਸੇਵ ਕਰਤ ਜਾਣ ਜਾਣ ਕੀ ਵੱਖ-ਵੱਖ ਲੋਕਾਂ ਦਾ ਗੁਲਾਮ ਹੋਇਆ ਪਿਆ ਹੈ। ਜਿੱਥੋਂ ਦੌਲਤ ਮਿਲੇ ਉਹਨਾਂ ਦਾ ਵੀ, ਜਿੱਥੋਂ ਸ਼ੋਹਰਤ ਮਿਲੇ ਉਹਨਾਂ ਦਾ ਵੀ। ਤਾਂ ਕਿ ਰਾਜੇ ਕੋਲ ਦੌਲਤ ਵੀ ਹੈ, ਸ਼ੋਹਰਤ ਵੀ ਹੈ, ਸਲਾਮਾਂ ਕਰਨ ਵਾਲੇ ਵੀ ਨੇ, ਉਹ ਸਿਆਸੀ ਵੀ ਹੈ, ਉਹਦਾ ਹੁਕਮ ਚੱਲਦਾ ਹੈ, ਤਾਂ ਕਿ ਉਹ ਸੁਖੀ ਹੈ। ਗੁਰੂ ਕਹਿੰਦੇ ਨੇ ਨਹੀਂ, ਸਗਲ ਸ੍ਰਿਸ਼ਟ ਤੇ ਰਾਜਾ ਦੁਖੀਆ, ਉਹ ਵੀ ਦੁਖੀ ਹੈ। ਕਿਉਂਕਿ ਉਸ ਨੂੰ ਬਹੁਤ ਸਾਰੇ ਲੋਕਾਂ ਦਾ ਫਿਕਰ ਹੈ, ਚਿੰਤਾ ਹੈ, ਤੇ ਚਿੰਤਾ ਜਿਸ ਚੀਜ਼ ਦੀ ਵੀ ਹੋਵੇ ਉਹ ਗੁਲਾਮੀ ਹੈ। ਮੈਂ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹ ਤੁਕ ਦੁਹਰਾ ਦਿਆਂ। ਸਤਿਗੁਰੂ ਕਹਿੰਦੇ ਨੇ ਸੁਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਾਣ ਜਾਣ ਕੀ। ਬਹੁਤਿਆਂ ਦੀ ਗੁਲਾਮੀ ਵਿੱਚੋਂ, ਬਹੁਤਿਆਂ ਦਾ ਮੰਗਤਾ ਬਣ ਕੇ ਤੂੰ ਸੁਖ ਪ੍ਰਾਪਤ ਕਰ ਸਕੇਗਾ। ਸੁਖ ਤੇਰੀ ਲੋੜ ਹੈ, ਇਸ ਵਿੱਚ ਕੋਈ ਵੱਖਰੀ ਗੱਲ ਨਹੀਂ। ਸਤਿਗੁਰੂ ਨੇ ਬਾਬਾ ਕਬੀਰ ਜੀ ਦੀ ਰਚਨਾ ਤੇ ਬੈਠ ਕੇ ਇੱਕ ਗੱਲ ਆਖੀ। ਕਹਿਣ ਲੱਗੇ, ਕਬੀਰ ਸੁਖ ਨਾ ਇਹ ਜੁਗ, ਇਸ ਸਮੇਂ ਅੰਦਰ ਚੌਫੇਰੇ ਨਿਗਾਹ ਮਾਰ ਕੇ ਦੇਖ ਲੈ। ਕਬੀਰ ਸੁਖ ਨਾ ਇਹ ਜੁਗ, ਕਰੇ ਜੇ ਬਹੁਤੇ ਮੀਤ। ਕਿ ਜੇ ਤੂੰ ਬਹੁਤੇ ਮਿੱਤਰ ਬਣਾ ਲੈ ਤੇ ਹਰ ਇੱਕ ਮਿੱਤਰ ਕੋਲ ਤੂੰ ਵੇਖੇ ਕਿਹੜਾ ਸੁਖ ਮੈਨੂੰ ਦੇਣ ਲਈ ਹੈ, ਮੈਂ ਇਸ ਮਿੱਤਰ ਨੂੰ ਨੇੜਤਾ ਨਾਲ ਭਲਾ ਮਜਬੂਰ ਕਰ ਲਵਾਂ ਕਿ ਮੈਨੂੰ ਇੱਕ ਸੁਖ ਇਹਦੇ ਕੋਲੋਂ ਮਿਲ ਜਾ, ਦੂਜੇ ਲਈ, ਦੂਜੇ ਸੁਖ ਲਈ ਦੂਜੇ ਕੋਲ ਜਾਵਾਂਗਾ। ਸਤਿਗੁਰੂ ਨੇ ਆਖਿਆ, ਕਬੀਰ ਸੁਖ ਨਾ ਇਹ ਜੁਗ, ਕਰੇ ਜੇ ਬਹੁਤੇ ਮੀਤ। ਜੇ ਇਹ ਗੱਲ ਹੁੰਦੀ ਤਾਂ ਗੁਰੂ ਸਤਿਗੁਰੂ ਆਪਣੀ ਰਚਨਾ ਤੋਂ ਇਉਂ ਨਾ ਆਖਦੇ ਕਿ ਮਿੱਤਰ ਘਨੇਰੇ ਕਰ ਤੱਖੀ। ਮੈਂ ਇਸੇ ਆਸ ਵਿੱਚ ਇੱਕ ਦੋ ਨਹੀਂ, ਚਾਰ ਨਹੀਂ, ਬਹੁਤੇ ਮਿੱਤਰ ਬਣਾਏ ਕਿ ਭਲਾ ਕਿਸੇ ਪਾਸਿਓਂ ਮੇਰਾ ਦੁੱਖ ਖਤਮ ਹੋ ਜਾਏ ਤੇ ਮੈਨੂੰ ਸੁੱਖ ਮਿਲ ਜਾਏ। ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਕਾਟੇ ਕੋਏ। ਪਰ ਦੇਖਿਆ ਕਿ ਗੱਲੀ ਸੋ ਸੱਜਣ ਵੀ ਧੋਖਾ ਖਾ ਗਏ। ਇੱਕ ਦੋ ਚਾਰ ਛੇ ਨਹੀਂ, 20 ਸੱਜਣ ਬਣਾ ਕੇ ਵੇਖੇ ਜਿਨ੍ਹਾਂ ਨੇ ਗੱਲਾਂ ਨਾਲ ਮੇਰਾ ਘਰ ਪੂਰਾ ਕੀਤਾ।
अपनी वफादारी का दावा किया, अपने मित्रताने का, अपनी सज्जनताई का प्रगटावा किया, ते मैं भरोसा कर गई। बल्कि एक ख्याल करियो, जदों बहुते सज्जन होणगे ते सब तो वड्डी परेशानी है, मनुख उत्थे ही धोखा खा जाता है। धोखा खाण का बहुतियां विच ही धोखा खाना, क्योंकि बहुतियां विचों पछाण का मसला आ जाता, पछाण बहुतियां विच हुंदी नहीं। एक बड़ी खूबसूरत एग्जाम्पल दिती सतगुरु ने बाणी विच, कहन लगे, भंवरा फूल भवंतिया दुख अत बहरी राम। ये भंवरे तू फुल्लां ते भवना है, ते फुल्लां ते भवना कोई माड़ी गल ते है नहीं, फुल खुशबू दिंदे ने, पर क्योंकि तू भवना है, एक फुल का दोस्त नहीं, एक फुल नूं अपना दोस्त नहीं बनाता, एक पौधे नाल अपना संबंध नहीं रखता। उनका नतीजा निकलता है कि फुल्लां दे पौंदियां पौंदियां तेरी पछाण खत्म हो जाती है। तो ऐसे फुल नूं भी अपना दोस्त बना बनना है, मित्र बना बनना है, ते इन्ना नजदीकी गूढ़ा मित्र बना बनना है जिसनूं कमल फुल आखदे ने। उनदे नाल प्यार भी इन्ना नजदीकी भी पैदा कर लेना कि उन्होंने तू छड्ड के भी नहीं जाना चाहता। शामां पैंदियां ने, तैनूं पछाण नहीं हुंदी। जे एक दो चार छे मित्र हुंदे, तैनूं किसे दी पछाण हो जाती वफादारी दी। तैनूं कमल फुल दी पछाण ही ना रही, ऐने मित्रां विच, ऐने फुल्लां विच। तू ये ख्याल ही ना किया कि यह कमल फुल तेरा मित्र नहीं, इहदा मित्र कोई होर है। वो है आसमान ते बैठा होया सूरज। जदों सूरज छिपदा है, ये अपना आप समेट लैंदा, सूरज चढ़दा फिर खिड़दा। इसलिए तेरा मित्र नहीं, है किसी होर दा मित्र है, पर तू भुलेखे नाल इहनूं अपना मित्र बना बैठा, और इन्ना गूढ़ा मित्र बना बैठा क्योंकि तैनूं बहुते फुल्लां विचों पछाण ना हो सकती। शामां पईयां, कमल फुल सिमटन लगा, तू उहदे सिमटदिया उहदे कलावे विच, उहदी गलवकड़ी विच कुटिया गया। जीवन दी रात बीत गई। हे मनुख, तू भी सोच, जीवन एक रात है, ते रात बीत गई तैनूं जाप चौपई ते सवैये पढ़दियां दसम ग्रंथ अगे मथे टेकदियां जीवन दी रात बीत गई। को भलिया, उस रात विच तू अपना जीवन ही खो बैठा। जदों तक दिन चढ़िया उदों तक तेरे विच जीवन कोई नहीं सी। जिवें जदों दिन चढ़दा है तां उदों भंवरे विच कोई जीवन नहीं रहिंदा। भंवरा रात भर उस दे कलावे विच रह के ही जीवन गुआ बैंदा है, मर जाता है। क्यों? क्योंकि वो पछाण नहीं कर सकिया मेरा वफादार फुल केड़ा है, मैं किंदे कलावे विच रहना है। बस गुरु कहन लगे, एक ख्याल करी, बहुते लोगों दे, बहुते ग्रंथां दे, बहुते गुरुआं दे आसरे रहन वाला मनुख कदी सुख नहीं इकत्तर कर सकता। बाबा कबीर जी ने ये गल इसे लिए आख दी ते कहन लगे, कबीर सुख ना ये जोग करें जे बहुते मीत। कहन लगे, जो चित राखें एक स्यों। जेड़े लोग एक नाल जुड़ के रहंदे ने, उन्हां नूं उस एक दी पछाण हो जाती है।
ਅੱਜ ਤਾਂ ਜੇ ਸਾਨੂੰ ਗੁਰੂ ਦੀ ਪਛਾਣ ਨਹੀਂ, ਅੱਜ ਜੇ ਸਾਨੂੰ ਸ਼ਬਦ ਦੀ ਪਛਾਣ ਨਹੀਂ, ਅੱਜ ਜੇ ਅਸੀਂ ਜਾਪ ਸਾਹਿਬ ਵਿੱਚ ਤੇ ਜਾਪ ਸਾਹਿਬ ਦੇ ਫਰਕ ਨੂੰ ਨਹੀਂ ਪਛਾਣ ਸਕਦੇ, ਉਹਦਾ ਕਾਰਨ ਕੀ ਹੈ? ਕਿਉਂਕਿ ਇੱਕ ਦੇ ਬਣੇ ਨਹੀਂ। ਜੇ ਇੱਕ ਦੇ ਬਣ ਕੇ ਉਹਦੇ ਵਿੱਚ ਆਪਣੇ ਜੀਵਨ ਨੂੰ ਅਭੇਦ ਕਰਦੇ, ਸਾਨੂੰ ਆਪਣੇ ਗੁਰੂ ਦੀ ਪਛਾਣ ਹੋ ਜਾਂਦੀ। ਜਿਹੜੇ ਇੱਕ ਨਾਲ ਜੁੜ ਕੇ ਰਹਿੰਦੇ ਨੇ, ਉਹ ਇੱਕ ਨੂੰ ਪਛਾਣ ਲੈਂਦੇ ਨੇ। ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਖਿਆ, ਕਹਿਣ ਲੱਗੇ ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ तो मन मान्या, मन मानने लोग ना पतीजय, ना पतीजय तो क्या कीजय। जब हम एको एक कर जाने, तब लोगे काहे दुख मान्या। दुनिया के लोग परेशान होन, मैनू कोई दुख नहीं, क्योंकि मैनू एक दी पछाण हो गई है। ਤੇ ਇੱਕ ਦੀ ਪਛਾਣ ਤਾਂ ਹੀ ਹੁੰਦੀ ਹੈ ਜਦੋਂ ਮਨੁੱਖ ਇੱਕ ਦਾ ਬਣ ਜਾਂਦਾ ਹੈ। ਬਾਬਾ ਕਬੀਰ ਜੀ ਨੇ ਐਵੇਂ ਨਹੀਂ ਆਖਿਆ, ਕਬੀਰ ਸੁਖ ਨਾਏ ਜੁਗ ਕਰੇ ਜੇ ਬਹੁਤੇ ਮੀਤ, ਜੋ ਚਿੱਤ ਰਾਖੇ ਏਕ ਸਿਉ। ਬਸ ਇਸ ਗੱਲ ਨੂੰ ਯਾਦ ਰੱਖਣਾ ਜੀਵਨ ਵਿੱਚ ਸਿੰਘੋ। ਜੇ ਆਤਮਿਕ ਸੁਖ, ਜੇ ਜੀਵਨ ਦਾ ਸੁਖ ਚਾਹੁੰਦੇ ਹੋ ਤਾਂ ਇੱਕ ਗੁਰੂ, ਇੱਕ ਪਿਤਾ ਅਕਾਲ ਪੁਰਖ, ਬਸ ਹੋਰ ਸਾਨੂੰ ਇੱਕ ਗ੍ਰੰਥ, ਇੱਕ ਪੰਥ, ਇੱਕੋ ਰਸਤੇ ਤੇ ਚੱਲਣ, ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ ਨਾਲ ਜੁੜ ਕੇ ਜੀਵਨ ਗੁਜ਼ਾਰੋ। ਜੋ ਚਿਤ ਰਾਖੈ ਏਕ ਸਿਉ ਤੇ ਸੁਖ ਪਾਵੈ ਮੀਤ। ਇਹ ਫੈਸਲਾ ਮੇਰਾ ਨਹੀਂ, ਸਤਿਗੁਰੂ ਦਾ ਹੈ। ਜੇ ਸਾਨੂੰ ਸਤਿਗੁਰੂ ਦੀ ਬਾਣੀ ਤੇ ਵਿਸ਼ਵਾਸ ਹੈ ਤਾਂ ਇਸ ਸ਼ਬਦ ਦੀ, ਇਸ ਲਾਈਨ ਤੇ, ਇਸ ਫੈਸਲੇ ਤੇ ਵਿਸ਼ਵਾਸ ਕਰੀਏ। ਗੁਰੂ ਕਹਿੰਦੇ ਨੇ ਜੋ ਚਿੱਤ ਰਾਖੈ ਏਕ ਸਿਉ ਤੇ ਸੁਖ ਪਾਵੈ ਮੀਤ, ਤੇ ਸੁਖ ਪਾਵੈ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।